ਸਤਿ ਸ੍ਰੀ ਅਕਾਲ ਬੇਟਾ ਜੀ ਜੇ ਸਾਡੇ ਕੋਲ ਇੱਕ ਪੁਆਇੰਟ ਚਾਰਜ ਹੋਵੇ ਸੇ Q ਔਰ R ਡਿਸਟੈਂਸ ਤੇ ਮੰਨ ਲਓ R ਡਿਸਟੈਂਸ ਇੱਥੇ ਤੱਕ ਇੱਥੇ ਕੋਈ ਪੁਆਇੰਟ ਹੋਵੇ ਤੇ ਸਾਨੂੰ ਪੁੱਛਿਆ ਜਾਵੇ ਵਾਟ ਇਜ਼ ਦਾ ਇਲੈਕਟ੍ਰਿਕ ਫੀਲਡ ਹੇਅਰ ਤਾਂ ਅਸੀਂ ਫਾਰਮੂਲਾ ਲਾ ਦੇਣਾ ਹੈ 1/4 ਪਾਈ ਐਪਸੀਲਨ ਨੋਟ Q ਜਿਹੜਾ ਚਾਰਜ ਸੀਗਾ ਡਿਵਾਈਡਡ ਬਾਈ ਡਿਸਟੈਂਸ ਜਿੰਨਾ ਹੈਗਾ ਉਹਦਾ ਸਕੁਅਰ। ਬਟ ਇਹ ਪੁਆਇੰਟ ਚਾਰਜਸ ਵਾਸਤੇ ਅਸੀਂ ਫਾਰਮੂਲਾ ਲਾ ਸਕਦੇ ਹਾਂ। ਹੁਣ ਇਹ ਚਾਰਜ ਸਿੰਗਲ ਪੁਆਇੰਟ ਚਾਰਜ ਨਾ ਹੋ ਕੇ ਕਾਫੀ ਹੋਣ, ਇੱਕ ਡਿਸਟ੍ਰੀਬਿਊਸ਼ਨ ਹੋਵੇ, ਕਿੱਦਾਂ ਦੀ ਵੀ ਡਿਸਟ੍ਰੀਬਿਊਸ਼ਨ ਹੋ ਸਕਦੀ ਹੈ। ਮੈਂ ਇੱਕ ਸ਼ੀਟ 'ਚ ਹੀ ਮੰਨ ਲਿਆ ਜਿੱਥੇ ਚਾਰਜ ਹੈ ਔਰ ਇੰਨਾ ਹੀ ਨਹੀਂ ਹੈ ਜਿੰਨਾ ਮਰਜ਼ੀ ਬਣਾ ਸਕਦੇ ਹੋ। ਮਿਲੀਅਨਸ ਆਫ ਚਾਰਜਸ ਵੀ ਕੈਨ ਮੇਕ। ਨਾਓ ਜੇ ਤੁਹਾਨੂੰ ਮੈਂ ਕਹਾਂ ਕਿ ਹੁਣ ਇਹ ਫਾਰਮੂਲਾ ਲਾ ਕੇ ਦਿਖਾਓ, ਬਹੁਤ ਮੁਸ਼ਕਿਲ ਹੋ ਜਾਣਾ ਹੈ। ਕਿਉਂ? ਇਸ ਪੁਆਇੰਟ ਦੀ ਅਸੀਂ ਕੱਢ ਵੀ ਲਿਆ ਕਿ ਇੰਨੀ ਆਏਗੀ ਸਰ Q/R²। ਜਿਹੜਾ R ਡਿਸਟੈਂਸ ਹੈ ਹਰ ਚਾਰਜ ਤੋਂ ਡਿਫਰੈਂਟ ਹੋ ਜਾਏਗਾ, ਰਾਈਟ। ਫਿਰ ਹਰ ਇੱਕ ਦੀ ਇਲੈਕਟ੍ਰਿਕ ਫੀਲਡ ਇਸ ਪੁਆਇੰਟ ਤੇ ਕੱਢੋ, ਰਾਈਟ। ਔਰ ਉਹਦੇ ਬਾਅਦ ਜਾ ਕੇ ਫਿਰ ਇੱਥੋਂ ਸਾਨੂੰ ਨੈਟ ਇਲੈਕਟ੍ਰਿਕ ਫੀਲਡ ਕੱਢਣੀ ਪੈਣੀ ਹੈ ਵੀ ਨੈਟ ਪ੍ਰਭਾਵ ਕੀ ਪੈਂਦਾ ਪਿਆ ਹੈ ਇੱਥੇ। ਹੁਣ ਬੇਟਾ ਇਹ ਬਹੁਤ ਹੀ ਟੀਡੀਅਸ ਕੰਮ ਹੋ ਗਿਆ, ਰਾਈਟ। ਇੱਦਾਂ ਦਾ ਕਰਾਂਗੇ ਤਾਂ ਸਾਨੂੰ ਬਹੁਤ ਟਾਈਮ ਲੱਗ ਜਾਏਗਾ। ਇਟ ਇਜ਼ ਵੈਰੀ ਡਿਫਿਕਲਟ ਟੂ, ਨੀਅਰਲੀ ਇੰਪੋਸੀਬਲ ਟੂ ਡੂ ਇਫ ਦੇਰ ਆਰ ਲੋਟ ਆਫ ਚਾਰजेस। ਸੋ ਦੈਟ ਇਜ਼ ਵਾਈ ਵੀ ਯੂਜ਼ ਗੌਸ's ਲਾਅ, ਗੌਸ ਦਾ ਕਾਨੂੰਨ। ਗੌਸ ਸਾਇੰਟਿਸਟ ਹਨ ਜਿਨ੍ਹਾਂ ਦੇ ਨਾਂ 'ਤੇ ਅਸੀਂ ਇਹ ਲਾਅ ਸਿੱਖਿਆ ਹੈ। ਇਹਦੀ ਹੈਲਪ ਨਾਲ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰ ਸਕਦੇ ਹਾਂ। ਬਟ ਸਰ ਇਲੈਕਟ੍ਰਿਕ ਫੀਲਡ ਤਾਂ ਫਲਕਸ ਦੀ ਗੱਲ ਕਰਦੀ ਹੈ। ਲੈਟ ਅਸ ਸੀ ਕਿਆ ਟ੍ਰਿਕ ਕਰਦੇ ਹਨ, ਕਿਆ ਤਰੀਕਾ ਹੈ ਸਾਡਾ ਕਿ ਅਸੀਂ ਗੌਸ ਲਾਅ ਅਪਲਾਈ ਕਰ ਸਕਦੇ ਹਾਂ ਡਿਫਰੈਂਟ ਡਿਸਟ੍ਰੀਬਿਊਸ਼ਨਸ 'ਤੇ। ਸਾਨੂੰ ਪੁੱਛਿਆ ਜਾਏਗਾ ਵੀ ਜੇ ਕੋਈ ਸਫੇਅਰ ਹੋਵੇ, ਜਿਵੇਂ ਫੁੱਟਬਾਲ ਹੁੰਦਾ ਹੈ, ਕ੍ਰਿਕਟ ਦਾ ਬਾਲ ਹੁੰਦਾ ਹੈ ਨਾ, ਕੋਈ ਮੈਟੈਲਿਕ ਬਾਲ ਇਮੇਜਿਨ ਕਰ ਲਓ, ਉਹਦੇ ਉੱਪਰ ਯੂਨੀਫਾਰਮਲੀ ਡਿਸਟ੍ਰੀਬਿਊਟ ਚਾਰਜ ਪਿਆ ਹੋਇਆ ਹੈ, ਉਹਦੇ ਕੋਲ ਕੋਈ ਪੁਆਇੰਟ ਹੋਵੇ ਮੰਨ ਲਓ ਬਾਹਰ, ਤਾਂ ਇੱਥੇ ਇਲੈਕਟ੍ਰਿਕ ਫੀਲਡ ਕੀ ਹੋਏਗੀ? ਜੇ ਸ਼ੀਟ ਤੇ ਪਿਆ ਹੋਇਆ ਚਾਰਜ, ਜੇ ਕਿਸੇ ਵਾਇਰ ਤੇ ਪਿਆ ਹੋਇਆ ਚਾਰਜ, ਰਾਈਟ, ਇਹਦੇ ਕੋਲ ਇਲੈਕਟ੍ਰਿਕ ਫੀਲਡ ਸਾਨੂੰ ਫਾਈਂਡ ਕਰਨੀ ਹੈ। ਵਾਟ ਇਜ਼ ਦ ਇਲੈਕਟ੍ਰਿਕ ਫੀਲਡ ਐਟ ਥੀਸ ਪੁਆਇੰਟਸ। ਇਹ ਸਾਡਾ ਸਿਲੇਬਸ ਹੈ। 3 ਡਿਸਟ੍ਰੀਬਿਊਸ਼ਨਸ ਗੌਸ ਲਾਅ ਯੂਜ਼ ਕਰਕੇ ਇਲੈਕਟ੍ਰਿਕ ਫੀਲਡ ਕੱਢਣੀ ਹੈ। ਤਾਂ ਸਭ ਤੋਂ ਪਹਿਲੇ ਅਸੀਂ ਫੋਕਸ ਕਰਾਂਗੇ ਸਫੇਅਰ ਤੇ। ਇੱਕ ਸਫੇਅਰ ਲਵਾਂਗੇ ਜਿਹਦੇ ਤੇ ਯੂਨੀਫਾਰਮਲੀ ਚਾਰਜ ਡਿਸਟ੍ਰੀਬਿਊਟ ਹੈ। ਇੱਥੇ ਇੱਕ ਸਫੇਅਰ ਬਣਾ ਰਿਹਾ ਮੈਂ। ਹੁਣ ਬਣਾਉਂਦੇ ਵਕਤ ਅਸੀਂ ਇਹਨੂੰ 3 ਡਾਇਮੈਂਸ਼ਨ ਸਮਝਣਾ ਹੈ, ਬਟ ਕਿਉਂਕਿ ਅਸੀਂ ਕਾਪੀ 'ਚ ਦਿਖਾ ਰਹੇ ਹਾਂ ਤਾਂ ਦਿਖਾਣਾ ਮੁਸ਼ਕਿਲ ਹੈ। ਜਿਹੜਾ ਸਰਫੇਸ ਤੇ ਚਾਰਜ ਹੈ ਉਹ ਇਸ ਤਰ੍ਹਾਂ ਹੈ, ਇੱਦਾਂ ਡਿਸਟ੍ਰੀਬਿਊਟ ਕਰ ਦਿੱਤਾ। ਮੈਂ ਧਿਆਨ ਰੱਖ ਰਿਹਾ ਹਾਂ ਕਿ ਚਾਰਜ ਜਿਹੜਾ ਹੈ ਇਕੱਠਾ ਨਾ ਹੋਏ, ਯੂਨੀਫਾਰਮਲੀ ਡਿਸਟ੍ਰੀਬਿਊਟ ਹੋਏ, ਬਰਾਬਰ ਹੋਏ। ਇਹਨੂੰ ਹੀ ਕਹਿੰਦੇ ਆ ਯੂਨੀਫਾਰਮ ਡਿਸਟ੍ਰੀਬਿਊਸ਼ਨ। ਮੰਨ ਲਓ ਟੋਟਲ ਚਾਰਜ ਜਿਹੜਾ ਅਸੀਂ ਇਸ ਸਫੇਅਰ ਤੇ ਪਾਇਆ, ਇਸ ਗੋਲੇ ਤੇ ਪਾਇਆ, ਉਹ ਹੈ Q। ਨਾਓ ਲੈਟ ਅਸ ਯੂਜ਼ ਗੌਸ ਲਾਅ। ਗੌਸ ਲਾਅ ਕਹਿੰਦਾ ਹੈ ਕੋਈ ਐਨਕਲੋਜ਼ ਸਰਫੇਸ ਹੋਵੇ ਤਾਂ ਇਲੈਕਟ੍ਰਿਕ ਫਲਕਸ ਜਿਹੜੀ ਹੋਏਗੀ ਉਹ ਚਾਰਜ ਜਿੰਨਾ ਇਨਕਲੋਜ਼ਡ ਹੈ ਡਿਵਾਈਡਡ ਬਾਈ ਐਪਸੀਲੋਨ ਨੋਟ ਹੁੰਦਾ ਹੈ। ਦਿਸ ਇਜ਼ ਵਟ ਵੀ ਨੋ ਫਰੋਮ ਗੌਸ ਲਾਅ। ਇੱਥੇ ਤਾਂ ਸਾਡਾ ਕੋਈ ਐਨਕਲੋਜ਼ ਸਰਫੇਸ ਹੈ ਹੀ ਨਹੀਂ, ਤਾਂ ਹੀ ਕਰਕੇ ਅਸੀਂ ਐਜ਼ਿਊਮ ਕਰਨਾ ਹੈ, ਬਣਾਉਣਾ ਹੈ, ਇਮੇਜਿਨ ਕਰਨਾ ਹੈ ਸਾਡਾ ਆਪਣਾ ਗੌਸ਼ੀਅਨ ਸਰਫੇਸ। ਅਸੀਂ ਕੋਈ ਵੀ ਸ਼ੇਪ ਲੈ ਸਕਦੇ ਹਾਂ, ਬਟ ਕਿਉਂਕਿ ਇਹ ਸਫੈਰੀਕਲ ਚਾਰਜ ਡਿਸਟ੍ਰੀਬਿਊਸ਼ਨ ਹੈ ਤਾਂ ਅਸੀਂ ਜਿਹੜਾ ਗੌਸ਼ੀਅਨ ਸਰਫੇਸ ਲਵਾਂਗੇ ਉਹ ਵੀ ਸਫੇਅਰ ਹੀ ਲਵਾਂਗੇ। ਉਹਦਾ ਸੈਂਟਰ ਕੀ ਹੋਏਗਾ? ਗੋਲੇ ਦਾ ਸੈਂਟਰ ਕੀ ਹੋਏਗਾ? ਸੇਮ ਹੀ ਜਿਹੜਾ ਇਸ ਸਫੇਅਰ ਦਾ ਹੈ। ਤਾਂ ਇੱਕ ਬਣਾ ਲੈਂਦੇ ਹਾਂ। ਮੰਨ ਲਓ ਸਾਨੂੰ ਪੁੱਛਿਆ ਗਿਆ ਹੈ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ, ਤਾਂ ਇੱਥੋਂ ਹੀ ਅਸੀਂ ਇੱਕ ਸਫੇਅਰ ਬਣਾ ਲੈਣਾ ਹੈ। ਥੋੜਾ ਜਿਹਾ ਇਹਨੂੰ ਐਡਜਸਟ ਕਰ ਲਈਏ। ਅਸੀਂ ਜਦੋਂ ਐਗਜ਼ਾਮ 'ਚ ਕਰਨਾ ਹੈ ਤਾਂ ਪ੍ਰਕਾਰ ਖਿੱਚਣੀ ਹੈ ਤਾਂ ਸੈਂਟਰ ਜਿਹੜਾ ਹੈ ਸੇਮ ਰੱਖਣਾ, ਇੱਕ ਵੱਡਾ ਇੱਕ ਛੋਟਾ। ਇੱਕ ਜਿਹੜਾ ਹੈ ਸਫੇਅਰ ਹੈ ਜਿਹਦੇ 'ਚ ਚਾਰਜ ਹੈ, ਦੂਜਾ ਸਾਡਾ ਗੌਸ਼ੀਅਨ ਸਰਫੇਸ ਹੈ। So this is my Gaussian surface. ਸ਼ੇਪ ਕੀ ਹੈ? ਇਹ ਵੀ ਸਫੇਅਰ ਹੀ ਹੈ। ਸਫੇਅਰ ਦੇ ਅੰਦਰ ਸਫੇਅਰ, ਯਾਨੀ ਕਿ ਸਮਝ ਸਕਦੇ ਹੋ ਵੀ ਕ੍ਰਿਕਟ ਬਾਲ ਤੇ ਚਾਰਜ ਹੋਏ ਤੇ ਉੱਪਰ ਅਸੀਂ ਫੁੱਟਬਾਲ ਪਾ ਦਈਏ। ਠੀਕ ਹੈ ਸਰ, ਗੌਸ ਲਾਅ ਲਗਾ ਦਿੱਤਾ, ਤੁਸੀਂ ਲਾ ਸਕਦੇ ਹੋ। ਟੋਟਲ ਚਾਰਜ ਅੰਦਰ ਕਿੰਨਾ ਹੈ? ਸਰ Q ਹੀ ਤਾਂ ਹੈ, ਤਾਂ ਸਾਡਾ ਗੌਸ ਲਾਅ ਲੱਗ ਗਿਆ। ਬਟ ਸਰ ਵਾਟ ਅਬਾਊਟ ਇਲੈਕਟ੍ਰਿਕ ਫੀਲਡ ਹੈ? ਸਾਡਾ ਤਾਂ ਉਦੇਸ਼ ਜਿਹੜਾ ਸੀਗਾ ਉਹ ਇਲੈਕਟ੍ਰਿਕ ਫੀਲਡ ਫਾਈਂਡ ਕਰਨ ਦਾ ਸੀ, ਵੀ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੱਸਣੀ ਸੀ। ਉਹ ਤਾਂ ਇਸਨੇ ਹਾਲੇ ਤੱਕ ਦੱਸਿਆ ਨਹੀਂ। ਉਹ ਅਸੀਂ ਕੱਢਾਂਗੇ ਸਾਡਾ ਜਿਹੜਾ ਫਲਕਸ ਦਾ ਫਾਰਮੂਲਾ ਹੈ ਉਹਦੇ ਰਾਹੀਂ।
ਚਲੋ ਦੇਖਦੇ ਹਾਂ ਕਿੱਦਾਂ। ਤੇ ਇੱਥੇ ਲਿਖ ਦਿੰਦੇ ਹਾਂ ਪਹਿਲੇ, ਅੱਗੇ ਜਾਣ ਤੋਂ ਪਹਿਲਾਂ ਵੀ ਗੌਸਿਸ ਲਾਅ ਨੇ ਕੀ ਦਿੱਤਾ ਹੈ। ਗੌਸਿਸ ਲਾਅ ਨੇ ਕਿਹਾ ਕਿ ਟੋਟਲ ਫਲਕਸ ਹੋਣੀ ਚਾਹੀਦੀ ਹੈ ਇਸ ਗੌਸ਼ੀਅਨ ਸਰਫੇਸ ਦੇ ਥਰੂ Q by epsilon naught। ਨਾਓ ਅਸੀਂ ਫਾਰਮੂਲਾ ਦੇਖ ਲਈਏ। ਫਾਰਮੂਲਾ ਹੁੰਦਾ ਹੈ ਜੀ, ਟੋਟਲ ਫਲਕਸ ਹੋਏਗੀ ਇਲੈਕਟ੍ਰਿਕ ਫਲਕਸ, ਤੁਹਾਨੂੰ ਇੰਟੀਗ੍ਰੇਸ਼ਨ ਕਰਨੀ ਪੈਣੀ ਹੈ ਕਿਹਦੀ। ਸਰ ਇੱਕ ਛੋਟਾ ਜਿਹਾ ਸਰਫੇਸ ਲੈ ਲਓ ਔਰ ਉਸ ਸਰਫੇਸ ਤੇ ਦੇਖੋ ਇਲੈਕਟ੍ਰਿਕ ਫੀਲਡ ਕਿਤਨੀ ਹੈ, ਉਹਦਾ ਡਾਟ ਪ੍ਰੋਡਕਟ ਕਰ ਲਓ। ਇੱਦਾਂ ਹੀ ਪੂਰੇ ਸਰਫੇਸ ਤੇ ਕਰੀ ਜਾਓ, ਹੋਲ ਇਨਕਲੋਜ਼ ਸਰਫੇਸ ਤੇ ਕਰੀ ਜਾਓ। ਇਹਦਾ ਮਤਲਬ ਇੰਟੀਗ੍ਰੇਸ਼ਨ ਦਾ ਮਤਲਬ ਹੈ ਇਕੱਠਾ ਕਰ ਦਿਓ ਤਾਂ ਤੁਹਾਨੂੰ ਟੋਟਲ ਫਲਕਸ ਮਿਲ ਜਾਏਗੀ। ਸਮਝ ਗਏ। ਫੋਰ ਐਗਜ਼ਾਮਪਲ ਇਹ ਟੋਟਲ ਸਰਫੇਸ ਹੁੰਦਾ, ਹੁਣ ਜੇ ਇਹ ਫਾਰਮੂਲਾ ਲਗਾਉਣਾ ਹੈ ਤਾਂ ਇਹਦਾ ਕਹਿਣ ਦਾ ਭਾਵ ਕੀ ਹੈ, ਇਸ ਡੀ ਏ ਤੇ ਫਿਰ ਇਸ ਡੀ ਏ ਤੇ ਫਿਰ ਇਸ ਡੀ ਏ ਤੇ ਸਮੌਲ ਜਿਹੜੇ ਏਰੀਆ ਹਨ, ਇੱਦਾਂ ਅਸੀਂ ਵੰਡ ਸਕਦੇ ਹਾਂ ਕਿਸੇ ਵੀ ਸਰਫੇਸ ਨੂੰ, ਰਾਈਟ। ਇੱਦਾਂ ਛੋਟੇ ਛੋਟੇ ਡੀ ਏ ਨਾਲ ਵੰਡਤਾ। ਇੱਥੇ ਹਰ ਇੱਕ ਪੁਆਇੰਟ ਤੇ ਜਿੰਨੀ ਕੋਈ ਇਲੈਕਟ੍ਰਿਕ ਫੀਲਡ ਆ ਰਹੀ ਹੈ ਉਹਦਾ ਅਸੀਂ ਡਾਟ ਪ੍ਰੋਡਕਟ ਕਰ ਲੈਣਾ ਹੈ, ਈ ਡਾਟ ਡੀ ਏ। ਇਹਦਾ ਕੱਢ ਲਿਆ, ਫਿਰ ਇਹਦਾ ਕੱਢ ਲਿਆ, ਫਿਰ ਕੀ ਕਰ ਦਿਓ, ਇਕੱਠਾ ਕਰ ਦਿਓ। ਇਕੱਠਾ ਕਰਨ ਤੋਂ ਸਾਨੂੰ ਕੀ ਮਿਲੇਗਾ ਸਰ, ਟੋਟਲ ਫਲਕਸ ਸਾਨੂੰ ਮਿਲ ਜਾਏਗੀ ਜਿੰਨੀ ਇਸ ਪੂਰੇ ਸਰਫੇਸ ਤੇ ਜਾ ਰਹੀ ਹੈ। ਉਹੀ ਲੌਜਿਕ ਅਸੀਂ ਇੱਥੇ ਲਾਣਾ ਹੈ। ਅਸੀਂ ਅੱਗੇ ਚੱਲਦੇ ਹਾਂ ਸਟੈਪ ਬਾਏ ਸਟੈਪ। ਅਸੀਂ ਡਾਟ ਪ੍ਰੋਡਕਟ ਨੂੰ ਖੋਲ ਦਿੰਦੇ ਹਾਂ, ਈ ਡੀ ਏ ਕੋਸ ਥੀਟਾ ਹੋ ਜਾਏਗਾ। ਵਟ ਇਜ਼ ਥੀਟਾ? ਥੀਟਾ ਹੁੰਦਾ ਹੈ ਐਂਗਲ ਬਿਟਵੀਨ ਈ ਵੈਕਟਰ ਐਂਡ ਡੀ ਏ ਵੈਕਟਰ, ਤਾਂ ਹੀ ਕਰਕੇ ਕੋਸ ਥੀਟਾ ਲੱਗਿਆ ਹੈ। ਇਹਦਾ ਮਤਲਬ ਈ ਔਰ ਡੀ ਏ ਦੇ ਵਿੱਚ ਐਂਗਲ ਪਤਾ ਹੋਣਾ ਚਾਹੀਦਾ ਹੈ। ਤਾਂ ਅਸੀਂ ਫਿਗਰ ਤੇ ਵਾਪਸ ਆ ਜਾਣਾ ਹੈ ਔਰ ਇੱਥੇ ਦੇਖਦੇ ਹਾਂ ਕਿ ਵੇਅਰ ਇਜ਼ ਦ ਇਲੈਕਟ੍ਰਿਕ ਫੀਲਡ, ਵੇਅਰ ਇਜ਼ ਦ ਡੀ ਏ। ਪਹਿਲੇ ਇੱਕ ਏਰੀਆ ਚੂਜ਼ ਕਰ ਲਈਏ। ਏਰੀਆ ਮੈਂ ਇੱਥੇ ਚੂਜ਼ ਕਰ ਲਾਂਗਾ ਜਿੱਥੇ ਅਸੀਂ ਸਾਨੂੰ ਪੁੱਛਿਆ ਗਿਆ ਵੀ ਕਿੱਥੇ ਇਲੈਕਟ੍ਰਿਕ ਫੀਲਡ ਹੋਏਗੀ, ਉਹੀ ਉਹਦੇ ਕੋਲ ਹੀ ਮੈਂ ਇੱਕ ਏਰੀਆ ਲੈ ਰਿਹਾ ਹਾਂ। ਇਹ ਹੋ ਗਿਆ, ਦਿਸ ਇਜ਼ ਏਰੀਆ ਡੀ ਏ। ਬੜਾ ਹੀ ਛੋਟਾ ਏਰੀਆ ਇਮੈਜਿਨ ਕੀਤਾ ਹੋਇਆ ਹੈ ਔਰ ਇਹਨੂੰ ਮੈਂ ਰਿਪਰੈਜ਼ੈਂਟ ਕਰ ਸਕਦਾ ਹਾਂ ਇਸ ਵੈਕਟਰ ਨਾਲ, ਇਹਨੂੰ ਕਵਾਂਗੇ ਡੀ ਏ ਵੈਕਟਰ। ਕਿੱਦਾਂ ਬਣਾਉਣਾ ਹੈ, ਬਾਹਰ ਨੂੰ ਬਣਾਉਣਾ ਹੈ, ਆਊਟਵਰਡਸ ਇਟ ਵਿਲ ਬੀ ਆਲਵੇਜ਼। ਦੈਨ ਵੇਅਰ ਇਜ਼ ਦ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਦੱਸ ਸਕਦੇ ਹੋ। ਜਿੱਦਾਂ ਦੇ ਚਾਰਜ ਪਏ ਹੋਏ ਹਨ, ਇੱਦਾਂ ਲੱਗਣਾ ਹੈ ਜਿੱਦਾਂ ਬਲਬ ਜਗਿਆ ਹੁੰਦਾ ਤੇ ਪ੍ਰਕਾਸ਼ ਬਾਹਰ ਨਿਕਲ ਰਿਹਾ ਹੈ। ਕਿੱਦਾਂ ਨਿਕਲੇਗਾ, ਇੱਦਾਂ ਹੀ, ਬਿਲਕੁਲ ਸਿੱਧਾ ਸਿੱਧਾ ਹਰ ਪਾਸਿਓਂ ਇੱਦਾਂ, ਰਾਈਟ। ਹੁਣ ਮੈਂ ਕੱਟ ਲੈਣਾ ਬਣਾ ਰਿਹਾ ਹਾਂ, ਬਟ ਯੂ ਗੋਟ ਦ ਪੁਆਇੰਟ ਵਿਚ ਆਈ ਵਾਂਟਡ ਟੂ ਕਨਵੇ। ਤੇ ਇੱਥੇ ਅਸੀਂ ਕਹਿ ਸਕਦੇ ਹਾਂ ਦ ਥੀਟਾ ਵਿਲ ਬੀ 0 ਡਿਗਰੀ, ਕੋਈ ਐਂਗਲ ਨਹੀਂ ਹੈ। ਡੀ ਏ ਵੀ ਉਸੇ ਡਾਇਰੈਕਸ਼ਨ 'ਚ ਹੈ, ਦੇਖੋ ਕਿਤੇ ਵੀ ਲੈ ਲਈਏ ਸੇਮ ਹੀ ਡਾਇਰੈਕਸ਼ਨ ਹੋਣੀ ਹੈ। ਦੇਖੋ ਇੱਥੇ ਲੈ ਲੈਂਦਾ ਡੀ ਏ, ਇੱਥੇ ਵੀ ਡੀ, ਮੈਂ ਇੱਥੇ ਨੂੰ ਬਣਾਉਣਾ ਸੀ ਕਿਉਂਕਿ ਸਾਡਾ ਜਿਹੜੀ ਗੌਸ਼ੀਅਨ ਸਰਫੇਸ ਹੈ ਉਹੀ ਅਸੀਂ ਇਸ ਤਰ੍ਹਾਂ ਦਾ ਲਿਆ ਹੋਇਆ ਹੈ। ਤਾਂ ਇਹਦਾ ਮਤਲਬ ਥੀਟਾ 0 ਹੋ ਗਿਆ। ਤਾਂ ਇਹ ਜਿਹੜਾ ਸਟੈਪ ਸੀਗਾ ਈ ਡੀ ਏ ਕੋਸ ਥੀਟਾ, ਇਹ ਸਾਡਾ ਕੱਟ ਕੇ 1 ਆ ਜਾਣਾ ਹੈ। ਤਾਂ ਨੈਕਸਟ ਸਟੈਪ ਅਸੀਂ ਲਿਖ ਸਕਦੇ ਹਾਂ ਇੰਟੀਗ੍ਰੇਸ਼ਨ ਆਫ ਈ ਡੀ ਏ। ਨਾਓ ਹੇਅਰ ਵੀ ਕੈਨ ਸੇ ਸਾਡੇ ਸਰਫੇਸ ਦੇ ਥਰੂ ਈ ਇਜ਼ ਕੌਂਸਟੈਂਟ। ਵਾਈ? ਜਰਾ ਦੇਖੋ ਧਿਆਨ ਨਾਲ ਇਸ ਫਿਗਰ ਨੂੰ। ਕਿਆ ਚਾਰजेस ਤੇ ਡੀ ਏ ਦਾ ਕੋਈ ਵੀ ਸਾਡਾ ਡੀ ਏ ਹੋਏ ਡਿਸਟੈਂਸ ਵੱਖ ਹੋ ਰਿਹਾ ਹੈ, ਅਲੱਗ ਹੋ ਰਿਹਾ ਹੈ? ਨਹੀਂ ਸਰ, ਚਾਰਜ ਵੀ ਯੂਨੀਫਾਰਮਲੀ ਡਿਸਟਰੀਬਿਊਟ ਕੀਤੇ ਸੀਗੇ, ਯਾਨੀ ਕਿ ਬਰਾਬਰ ਹਨ। ਤੇ ਡਿਸਟੈਂਸ ਵੀ ਬਰਾਬਰ ਹੋਏਗਾ ਕਿਉਂਕਿ ਸਰ ਸੈਂਟਰ ਦੋਵਾਂ ਦਾ, ਸਾਡੇ ਗੌਸ਼ੀਅਨ ਸਰਫੇਸ ਦਾ ਤੇ ਸਾਡਾ ਜਿਹੜਾ ਮੈਟੈਲਿਕ ਸਰਫੇਸ ਹੈ ਉਹਦਾ ਸੇਮ ਹੈ। ਤਾਂ ਕਰਕੇ ਇਹ ਡਿਫਰੈਂਸ ਨਹੀਂ ਬਣ ਸਕਦਾ, ਡਿਸਟੈਂਸ ਦਾ ਡਿਫਰੈਂਸ ਨਹੀਂ ਹੋ ਸਕਦਾ। ਇੱਕ ਰੇਡੀਅਸ ਦੀ ਤਰ੍ਹਾਂ ਵੀ ਸਮਝ ਸਕਦੇ ਹੋ ਵੀ ਜਿਵੇਂ ਇਹ ਆਰ ਹੋਏ ਤਾਂ ਇਹ ਵੀ ਤਾਂ ਆਰ ਹੋਏਗਾ, ਇਹ ਵੀ ਤਾਂ ਆਰ ਹੋਏਗਾ। radius ਤਾਂ ਚੇਂਜ ਨਹੀਂ ਹੋ ਰਿਹਾ, distance between charge and the surface is not changing, every dA is at the same distance from the charge। ਇਹਦਾ ਮਤਲਬ E ਕਾਂਸਟੈਂਟ ਹੈ। ਕਾਂਸਟੈਂਟ ਚੀਜ਼ ਨੂੰ ਬੇਟਾ ਜੀ ਅਸੀਂ ਬਾਹਰ ਲੈ ਸਕਦੇ ਹਾਂ ਇੰਟੀਗ੍ਰੇਸ਼ਨ ਤੋਂ। ਤਾਂ ਇਹ ਫਰਦਰ ਸੋਲਵ ਹੋ ਜਾਏਗਾ E, ਹੁਣ ਅੰਦਰ ਰਹਿ ਜਾਏਗਾ DA। ਮਤਲਬ ਸਾਰੇ ਸਰਫੇਸ ਨੂੰ, ਜਿਹੜਾ ਗੌਸ਼ੀਅਨ ਸਰਫੇਸ ਹੈ DA ਨਾਲ ਤੋੜ ਦਿਓ, ਫਿਰ ਇਕੱਠਾ ਕਰ ਦਿਓ। ਸਰ ਕੀ ਹੋ ਜਾਏਗਾ, ਟੋਟਲ ਸਰਫੇਸ ਏਰੀਆ ਮਿਲ ਜਾਏਗਾ। ਸਾਡਾ ਸਰਫੇਸ ਏਰੀਆ ਕੀ ਹੈ ਸਰ, ਇਹ ਤਾਂ ਇੱਕ ਸਫੇਅਰ ਹੈ। ਰੇਡੀਅਸ ਕੀ ਮੰਨ ਲਓ, ਆਰ ਮੰਨ ਲਓ। ਤਾਂ ਅਸੀਂ ਕਹਿ ਸਕਦੇ ਹਾਂ ਸਫੇਅਰ ਤੇ ਸਰਫੇਸ ਏਰੀਆ ਦਾ ਸਾਨੂੰ ਫਾਰਮੂਲਾ ਪਤਾ ਹੁੰਦਾ ਹੈ 4πr²। ਤਾਂ ਇਹ ਯਾਦ ਹੋਣਾ ਚਾਹੀਦਾ ਹੈ, ਦਿਸ ਇਜ਼ ਸਰਫੇਸ ਏਰੀਆ ਆਫ ਅ ਸਫੇਅਰ, ਜਿਹੜਾ ਸਾਡਾ ਗੌਸ਼ੀਅਨ ਸਰਫੇਸ ਹੈ, ਗੌਸ਼ੀਅਨ ਸਰਫੇਸ ਹੈ। ਤਾਂ ਅਸੀਂ ਕਹਿ ਸਕਦੇ ਹਾਂ ਇਹ ਇੰਟੀਗ੍ਰੇਸ਼ਨ ਅਸੀਂ ਕਰ ਚੁੱਕੇ ਹਾਂ।
ਇਹ ਨਿਕਲੀ ਹੈ ਸਾਡੀ E ਮਲਟੀਪਲਾਈਡ ਬਾय 4πr²। ਆਰ ਕਿੱਥੇ ਹੋਏਗਾ ਦੇਖੋ, ਸੈਂਟਰ ਤੋਂ ਇੱਥੇ ਤੱਕ ਆ ਗਏ ਨਾ, E ਵੀ ਮਿਲ ਗਿਆ, ਆਰ ਡਿਸਟੈਂਸ ਮੰਨ ਲਓ ਜਿੱਥੇ ਸਾਨੂੰ ਪੁੱਛਿਆ ਕਿ ਸੀ ਇਲੈਕਟ੍ਰਿਕ ਫੀਲਡ ਕੀ ਹੈ, ਰਾਈਟ। ਤਾਂ ਹੀ ਕਰਕੇ ਜਿਹੜੀ ਸੈਕੰਡ ਇਕੁਏਸ਼ਨ ਅਸੀਂ ਬਣਾਉਂਦੇ ਹਾਂ, ਜਿਹੜਾ ਫਾਰਮੂਲਾ ਅਸੀਂ ਬਣਾਉਂਦੇ ਪਏ ਹਾਂ, ਉਹਦੇ 'ਚ E ਹੁੰਦਾ ਹੈ। ਅਸੀਂ ਹੁਣ ਕੀ ਕਰਨਾ ਹੈ, ਇਹ ਜਿਹੜੀਆਂ ਦੋਨੋਂ ਇਕੁਏਸ਼ਨ ਹਨ, ਮੰਨ ਲਓ ਇਕੁਏਸ਼ਨ 2 ਹੈ, ਦਿਸ ਇਜ਼ ਜਿਹੜਾ ਗੌਸ ਲਾਅ ਨੇ ਕਿਹਾ, ਇਹ ਦੋਨੋਂ ਟੋਟਲ ਇਲੈਕਟ੍ਰਿਕ ਫਲਕਸ ਦੇ ਰਿਹਾ ਹੈ, ਇਹਨਾਂ ਦੋਨਾਂ ਦਾ ਅਸੀਂ ਕੰਪੈਰੀਜ਼ਨ ਕਰ ਲੈਣਾ ਹੈ। ਯਾਨੀ ਕਿ ਜੇ ਇਹਨਾਂ ਦੇ ਹਿਸਾਬ ਨਾਲ ਚਲੀਏ ਤਾਂ Q/ε0 ਬਰਾਬਰ ਹੋਣਾ ਚਾਹੀਦਾ ਹੈ E × 4πr² ਦੇ। ਹੁਣ ਕੀ ਕਰਨਾ ਹੈ, E ਨੂੰ ਇੱਥੇ ਹੀ ਰੱਖਣਾ ਕਿਉਂਕਿ ਚਾਹੀਦਾ ਹੈ ਸਾਨੂੰ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਸੀਗੀ, ਤਾਂ ਅਸੀਂ ਰਾਈਟ ਸਾਈਡ ਹੀ ਰੱਖਿਆ। ਇਹਨੂੰ ਥੱਲੇ ਲੈ ਜਾਵਾਂਗੇ, ਡਿਨੋਮੀਨੇਟਰ ਚੱਲ ਜਾਏਗਾ ਦੂਜੇ ਪਾਸੇ, ਤਾਂ ਥੋੜਾ ਜਿਹਾ ਰੀਅਰੇਂਜ ਕਰਕੇ ਲਿਖ ਦੇਵਾਂ, ਇਹ ਬਣ ਜਾਏਗਾ Q/4πr²ε0। ਥੋੜਾ ਜਿਹਾ ਰੀਅਰੇਂਜਮੈਂਟ ਔਰ ਕਰੀਏ ਤਾਂ ਤੁਹਾਨੂੰ ਇੱਕ ਫਾਰਮੂਲਾ ਯਾਦ ਆ ਜਾਣਾ। 4π ਔਰ ε0 ਨੂੰ ਪਹਿਲੇ ਕਰ ਲੈਣਾ ਹਾਂ, 1 ਉੱਪਰ ਰੱਖ ਲੈਣਾ ਹਾਂ, मल्टीप्लाइड बाय Q/r²। क्या ये फॉर्मूला याद आया? यस सर, दिस वाज द फॉर्मूला फॉर अ पॉइंट चार्ज, बट इत्थे तो डिस्ट्रीब्यूशन है। डिस्ट्रीब्यूशन होने के बावजूद भी सानू फॉर्मूला पॉइंट चार्ज वाला मिल रहा है। ਇਹਦਾ मतलब ये है कि तुसी स्फेरिकल चार्ज नू पॉइंट चार्ज ही समझना है। किद्दां? फॉर एग्जाम्पल कोई सानू पुछदा है कि मान लो एक स्फेयर है जिहदे ते कुछ चार्ज है, राइट, ਉਹਦੇ ਸੈਂਟਰ ਤੋਂ ਡਿਸਟੈਂਸ ਹੈ ਮੰਨ ਲਓ r ਦਾ, ਤਾਂ ਕੋਈ ਪੁੱਛੇ ਜੀ ਇੱਥੇ ਕਿੰਨੀ ਇਲੈਕਟ੍ਰਿਕ ਫੀਲਡ ਹੋਏਗੀ ਇਸ ਪੁਆਇੰਟ ਤੇ, ਤਾਂ ਅਸੀਂ ਸਮਝਣਾ ਹੀ ਨਹੀਂ ਇਹਨੂੰ ਸਫੇਅਰ। ਇਹਨੂੰ ਕੀ ਸਮਝਣਾ ਹੈ, ਮੰਨ ਲਓ ਟੋਟਲ ਚਾਰਜ Q ਹੈ ਪੂਰੇ ਸਫੇਅਰ ਤੇ ਪਿਆ ਹੋਇਆ, ਅਸੀਂ ਇਹਨੂੰ ਇਸ ਤਰ੍ਹਾਂ ਸਮਝਣਾ ਹੈ। ਅਸੀਂ ਕਹਿਣਾ ਹੈ, ਤੁਹਾਡਾ ਕੁਐਸਚਨ ਇੱਦਾਂ ਮੰਨ ਸਕਦਾ ਹਾਂ ਕਿ ਸਾਰਾ Q ਚਾਰਜ ਇੱਕ ਪੁਆਇੰਟ ਹੈ, ਉਸ ਤੋਂ आर डिस्टेंस ते एक इलैक्ट्रिक फील्ड तुसी पूछ रहे हो, क्योंकि फॉर्मूले दोनों दे सेम है। जिहड़ा स्फेरिकल डिस्ट्रीब्यूशन है वो इदां बिहेव करता है जिद्दां ये सारा चार्ज सेंटर ते ही पिया होए ना। सानू ये भी पूछ सकते हो भी सर तुसी बाहर दा दस्सिया, जे पॉइंट अंदर होंदा फिर इनसाइड होंदा तां मान लो इदां कोई चार्ज डिस्ट्रीब्यूट किया होया है, एंड नाउ यू आर आस्किंग मी सर व्हाट इज़ द इलैक्ट्रिक फील्ड इनसाइड। ਤਾਂ ਉਹੀ ਜਿਹੜਾ ਅਸੀਂ ਪਹਿਲੇ ਕਰਦੇ ਆਏ ਹਾਂ, ਅਸੀਂ ਕੀ ਕਰਨਾ ਹੈ, ਤਾਂ ਸਾਨੂੰ ਮੰਨ ਲਓ ਇੱਥੇ ਪੁੱਛ ਰਹੇ ਹੋ, ਜਿੱਥੇ ਤੁਸੀਂ ਪੁਆਇੰਟ ਦੱਸੋਗੇ ਇੱਕ ਮੈਂ ਸਰਕਲ ਹੋਰ ਬਣਾ ਲੈਣਾ ਹੈ। ਆਈ ਵਿਲ ਡਰਾ ਅ ਸਰਕਲ, ਇਹਦਾ ਸੈਂਟਰ ਸੇਮ ਹੀ ਹੋਣਾ ਚਾਹੀਦਾ ਹੈ, ਤੇ ਜਿਹੜਾ ਪੁਆਇੰਟ ਪੁੱਛਿਆ ਉਹ ਇਹਦੇ ਸਰਫੇਸ ਤੇ ਹੈ। ਚਲੋ ਹੁਣ ਅਸੀਂ ਕੀ ਕਰਨਾ ਹੈ, ਸਰ ਇੱਥੇ ਗੌਸ ਲਾਅ ਲਗਾਉਣਾ ਜਰਾ। ਸੋ ਗੌਸ ਲਾਅ ਕੀ ਕਹਿੰਦਾ ਹੈ, ਗੌਸ ਲਾਅ ਕਹਿੰਦਾ ਜੀ ਟੋਟਲ ਫਲਕਸ ਇਹਦੇ ਥਰੂ ਹੋਏਗੀ ਜਿੰਨਾ ਚਾਰਜ ਇਹਦੇ ਅੰਦਰ ਹੋਏ, ਚਾਰਜ ਐਨਕਲੋਜ਼ ਡਿਵਾਈਡਡ ਬਾय ε0। ਇਹਦੇ ਦੱਸ ਦਿਓ ਇਹਦੇ ਅੰਦਰ ਕਿੰਨਾ ਚਾਰਜ ਹੈ, ਦਿਖ ਰਿਹਾ ਕੋਈ? ਨਹੀਂ, ਸੋ ਚਾਰਜ ਤਾਂ ਸਾਰੇ ਬਾਹਰ ਰਹਿ ਗਏ। ਯੈਸ, देयर इज़ नो चार्ज और चार्ज इज़ ज़ीरो। जे Q ही ज़ीरो हो गया तो फ्लक्स की होएगी? ज़ीरो। सो एनी स्फेरिकल डिस्ट्रीब्यूशन, इफ़ यू आस्क मी व्हाट इज़ द इलेक्ट्रिक फील्ड इनसाइड, इट विल बी ज़ीरो। आउटसाइड की होगी एज ए पॉइंट चार्ज कम करेगा। थैंक यू।